Good afternoon students. Today we are discussing the diastereomer. ਆਪਾਂ ਨੇ enantiomer ਪੜਿਆ ਸੀ, ਹੁਣ ਆਪਾਂ ਪੜਾਂਗੇ diastereomers। ਦੇਖੋ ਉਹ ਕਹਿੰਦੇ ਆਪਾਂ ਨੂੰ ਪਤਾ ਕਿ ਕਾਰਲ ਕਾਰਬਨ ਹੁੰਦਾ ਹੈ, ਠੀਕ ਹੈ। enantiomer 'ਚ ਕਾਰਲ ਕਾਰਬਨ ਹੁੰਦਾ ਹੈ, ਠੀਕ ਹੈ। ਔਰ ਉਹਦੇ ਨਾਲ 4 ਡਿਫਰੈਂਟ ਗਰੁੱਪ ਲੱਗੇ ਹੁੰਦੇ ਨੇ। ਅਗਰ ਇੱਕ ਦੂਜੇ ਦੀ ਮਿਰਰ ਸੁਪਰ ਇੰਪੋਜ਼ੇਬਲ ਨਹੀਂ ਹੁੰਦੇ, ਪਰ ਇੱਕ ਦੂਜੇ ਦੀ ਮਿਰਰ ਇਮੇਜ ਹੁੰਦੇ ਨੇ, ਤਾਂ ਉਹ enantiomers ਹੁੰਦੇ ਨੇ, ਠੀਕ ਹੈ। ਹੁਣ ਦੇਖੋ ਫਾਰ ਐਗਜ਼ਾਮਪਲ ਆਹ ਦੇਖੋ ਆਹ ਪੇਅਰ ਹੈ, ਇਹ ਦੋਨੇ ਇੱਕ ਦੂਜੇ ਦੀ ਮਿਰਰ ਇਮੇਜ ਆ, ਫਸਟ ਔਰ ਸੈਕਿੰਡ, ਥਰਡ ਔਰ ਫੋਰਥ ਵੀ ਮਿਰਰ ਇਮੇਜ ਇੱਕ ਦੂਜੇ ਦੀ, ਯਾਨੀ ਕਿ ਦੈਟ ਮੀਨਸ ਇਹ enantiomer ਨੂੰ ਰਿਪਰਜੈਂਟ ਕਰਦੇ ਆ, ਠੀਕ ਹੈ। ਜਿਹਨਾਂ ਨਾਟ ਓਨਲੀ ਕਿ ਜਿਹਦੇ ਵਿੱਚ ਇੱਕ ਕਾਇਰਲ ਕਾਰਬਨ ਹੁੰਦਾ, ਅਗਰ ਕਿਸੇ 'ਚ 2 ਕਾਇਰਲ ਕਾਰਬਨ ਵੀ ਹੈ ਤਾਂ ਵੀ ਉਹ enantiomer ਦੀ ਫਾਰਮ 'ਚ ਆ ਜਾਂਦੇ ਨੇ। ਬਟ ਜਦੋਂ ਆਪਾਂ ਫਸਟ ਔਰ ਸੈਕਿੰਡ ਦੇਖਦੇ ਤਾਂ ਕਹਿੰਦੇ ਕਿ ਇੱਕ ਦੂਜੇ ਇਹ ਨॉन ਸੁਪਰ ਇੰਪੋਜ਼ੇਬਲ ਮਿਰਰ ਇਮੇਜ ਹੈ ਇੱਕ ਦੂਜੇ ਦੀ, ਠੀਕ ਹੈ। ਇਸ ਕਰਕੇ enantiomer ਰਿਪਰਜੈਂਟ ਕਰਦੇ ਥਰਡ ਔਰ ਫੋਰਥ, ਸੇਮ ਥਰਡ ਐਂਡ ਫੋਰਥ ਆਲਸੋ ਨॉन ਸੁਪਰ ਇੰਪੋਜ਼ੇਬਲ ਮਿਰਰ ਇਮੇਜ ਆਫ ਈਚ ਅਦਰ, ਸੋ ਐਜ਼ ਸੱਚ ਰਿਪਰਜੈਂਟ ਅਨਦਰ ਪੇਅਰ ਆਫ enantiomers, ਠੀਕ ਹੈ ਨਾ। ਬਟ ਹੁਣ ਆਪਾਂ ਕੰਪੇਅਰ ਕਰਦੇ ਫਸਟ ਔਰ ਥਰਡ ਨੂੰ। ਦੇਖੋ ਕॉन्फ़िगरेशन सेम है, ठीक है। CH3 क्लोरीन है, फिर कार्बन क्लोरीन हाइड्रोजन, ਇੱਥੇ ਹਾਈਡਰੋਜਨ, ਇੱਥੇ ਵੀ ਹਾਈਡਰੋਜਨ, ਕਲੋਰੀਨ C2H5, ਠੀਕ ਹੈ। ਬਟ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਆਪਾਂ ਕੰਪੇਅਰ ਕਰਦੇ ਫਾਰਮੂਲਾ ਫਸਟ ਔਰ ਥਰਡ ਨੂੰ, ਤਾਂ ਆਪਾਂ ਦੇਖਦੇ ਕਿ ਜਿਹੜਾ ਉੱਪਰ ਵਾਲਾ ਇਹਨੂੰ 2 ਪਾਰਟ 'ਚ ਡਿਵਾਈਡ ਕਰ ਲਓ ਦੋਨਾਂ ਨੂੰ। ਦੋਨੋਂ ਇੱਕ ਦੂਜੇ ਇਹਨਾਂ ਦੀ ਕॉन्फ़िगरेशन सेम ਹੈ, ਜਿੱਧਰ ਕਲੋਰੀਨ ਉੱਥੇ ਕਲੋਰੀਨ ਹੈ, ਜਿੱਥੇ ਹਾਈਡਰੋਜਨ ਉੱਥੇ ਦੂਸਰਾ ਹਾਈਡਰੋਜਨ, CH3 ਗਰੁੱਪ ਆ, CH3 ਗਰੁੱਪ ਆ। ਬਟ ਜਦੋਂ ਆਪਾਂ ਨੀਚੇ ਵਾਲਾ ਪਾਰਟ ਦੇਖਦੇ ਹਾਂ ਤਾਂ ਉੱਥੇ ਕੀ ਆਉਂਦਾ ਕਿ ਇੱਕ ਦੂਜੇ ਦੀ ਮਿਰਰ ਇਮੇਜ ਹੈ, ਕਿ ਦੇਖੋ ਇੱਧਰ ਕਲੋਰੀਨ ਇੱਧਰ ਹੈ, ਦੂਸਰੀ ਤਰਫ ਲੈਫਟ, ਇੱਕ ਸਾਈਡ ਲੈਫਟ ਹੈਂਡ ਸਾਈਡ, ਦੂਸਰੀ ਤਰਫ ਰਾਈਟ ਹੈਂਡ ਸਾਈਡ ਹੈ। ਸੋ ਇਹਦਾ ਇੱਕ ਪਾਰਟ ਸੇਮ ਕॉन्फ़िगरेशन, ਦੂਸਰਾ ਪਾਰਟ ਮਿਰਰ ਇਮੇਜ ਆ। ਬਟ ਬਿਕਮ ਇਮੀਡੀਏਟਲੀ ਕਲੀਅਰ ਦੈਟ ਦ 2 ਫਾਰਮੂਲਾ ਹੈਵ ਆਇਡੈਂਟੀਕਲ ਕॉन्फ़िगरेशन ਅਬਾਊਟ ਦਾ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਆਪਾਂ ਨੇ ਨੀਚੇ ਸਟਾਰਟ ਕਰਦੇ ਹਾਂ। ਫਸਟ ਕਾਰਬਨ, ਸੈਕਿੰਡ ਕਾਰਬਨ, ਥਰਡ ਕਾਰਬਨ ਐਂਡ ਫੋਰਥ ਕਾਰਬਨ। ਉਹ ਕਹਿੰਦੇ ਕਿ ਆਇਡੈਂਟੀਕਲ ਹੈ ਕਿੱਥੇ, ਕਾਰਬਨ ਨੰਬਰ ਸੈਕਿੰਡ ਤੇ, ਦੋਨਾਂ ਸਾਈਡ ਆਇਡੈਂਟੀਕਲ ਹੈ ਕਾਰਬਨ ਨੰਬਰ ਸੈਕਿੰਡ ਤੇ। ਉਹ ਜਿਹੜਾ ਕਾਰਬਨ ਨੰਬਰ ਥਰਡ ਹੈ ਦੋਨਾਂ ਇੱਕ ਦੂਜੇ ਦੀ ਕੀ ਹੈ, ਮਿਰਰ ਇਮੇਜ ਹੈ। ਬਟ ਦ ਰੈਸਟ ਪਰ ਜਦੋਂ ਆਪਾਂ ਪੂਰਾ ਮਾਲੀਕੂਲ ਦੇਖਦੇ ਨਾ ਤਾਂ ਉਹ ਇੱਕ ਦੂਜੇ ਦੇ ਨਾ ਆਇਡੈਂਟੀਕਲ, ਨਾ ਹੀ ਇੱਕ ਦੂਜੇ ਦੀ ਮਿਰਰ ਇਮੇਜਿਸ ਨੇ, ਕਿਉਂਕਿ ਸਿਰਫ ਇੱਕ ਪਾਰਟ ਸੇਮ ਹੈ, ਦੂਸਰਾ ਪਾਰਟ ਤਾਂ ਡਿਫਰੈਂਟ ਹੈ। ਔਰ ਇੱਕ ਪਾਰਟ ਮਿਰਰ ਇਮੇਜ, ਦੂਸਰਾ ਪਾਰਟ ਤਾਂ ਮਿਰਰ ਇਮੇਜ ਹੈ ਹੀ ਨਹੀਂ ਹੈ। ਸੋ ਦੈਟਸ ਵਾਈ ਇਹ ਕਿਆ ਹੋ ਜਾਂਦਾ ਹੈ ਕਿ ਇਹਦੇ ਨਾਲ ਕਿਹਾ ਨਾਈਦਰ ਆਇਡੈਂਟੀਕਲ ਨੋਰ ਆ ਮਿਰਰ ਇਮੇਜ ਆਫ ਈਚ ਅਦਰ। ਸੱਚ ਸਟੀਰੀਓਮਰਸ ਆਫ ਅ ਸਬਸਟੈਂਸ ਵਿਚ ਆਰ ਨਾਟ ਸੁਪਰ ਇੰਪੋਜ਼ੇਬਲ ਟੂ ਨਾਟ ਅ ਮਿਰਰ ਇਮੇਜ ਟੂ ਈਚ ਅਦਰ ਇਜ਼ ਕਾਲਡ ਡਾਇਸਟੀਰੀਓਮਰਸ। ਐਵੇਂ ਦੇ ਕੰਪਾਊਂਡ ਨੂੰ ਕਿਆ ਕਹਿੰਦੇ, ਜਿਹੜੇ ਨਾ ਤਾਂ ਆਇਡੈਂਟੀਕਲ ਹੁੰਦੇ ਆ, ਨਾ ਹੀ ਕਿਆ ਹੁੰਦੇ ਇੱਕ ਦੂਜੇ ਦੀ ਮਿਰਰ ਇਮੇਜ ਹੋਣਗੇ, ਬਟ ਕॉन्फ़िगरेशन ਆਲਮੋਸਟ ਸੇਮ ਹੋਏਗੀ, ਉਹਨੂੰ ਕਿਆ ਕਹਾਂਗੇ ਆਪਾਂ, ਡਾਇਸਟੀਰੀਓਮਰਸ। ਅਗਰ ਮਿਰਰ ਇਮੇਜ ਹੋਣਗੇ ਨॉन ਸੁਪਰ ਇੰਪੋਜ਼ੇਬਲ ਤਾਂ ਉਹਨੂੰ ਕਿਆ ਕਹਾਂਗੇ ਆਪਾਂ, enantiomers, ਠੀਕ ਹੈ। ਹੁਣ ਦੇਖੋ ਜਿਵੇਂ ਦੇਖੋ ਫਸਟ ਨਾਲ ਥਰਡ ਦਾ ਪੇਅਰ, ਇਹ ਵੀ ਡਾਇਸਟੀਰੀਓਮਰਸ ਨੂੰ ਰਿਪਰਜੈਂਟ ਕਰਦਾ, ਫਸਟ ਨਾਲ ਫੋਰਥ ਵੀ ਡਾਇਸਟੀਰੀਓਮਰ ਨੂੰ ਰਿਪਰਜੈਂਟ ਕਰਦਾ ਹੈ, ਠੀਕ ਹੈ। ਫਸਟ ਫੋਰਥ, ਸੈਕਿੰਡ ਥਰਡ, ਸੈਕਿੰਡ ਫੋਰਥ, ਇਹ ਸਾਰੇ ਕਿਆ ਇੱਕ ਦੂਜੇ ਨਾਲ ਡਾਇਸਟੀਰੀਓਮਰ ਦੇ ਪੇਅਰ ਨੂੰ ਰਿਪਰਜੈਂਟ ਕਰਦੇ ਆ। ਅੱਗੇ ਇਹਨਾਂ ਨੇ ਫਿਸ਼ਰ ਪ੍ਰੋਜੈਕਸ਼ਨ ਫਾਰਮੂਲਾ ਦਿੱਤਾ ਹੋਇਆ, ਦੈਨ ਫਲਾਈਂਗ ਵਿੱਚ ਦਿੱਤਾ ਹੋਇਆ। ਉਸ ਤੋਂ ਆਪਾਂ ਗੱਲ ਕਰਦੇ ਕੈਰੈਕਟਰਿਸਟਿਕਸ ਆਫ ਡਾਇਸਟੀਰੀਓਮਰਸ ਦੀ। ਉਹ ਕਹਿੰਦੇ ਦੇ ਹੈਵ ਸ਼ੋ ਸਿਮਿਲਰ ਬਟ ਨਾਟ ਆਇਡੈਂਟੀਕਲ ਕੈਮੀਕਲ ਪ੍ਰੋਪਰਟੀਜ਼, ਕਿ ਇਹਨਾਂ ਦੀ ਪ੍ਰੋਪਰਟੀ ਸਿਮਿਲਰ ਹੋ ਸਕਦੀ ਆ ਪਰ ਆਇਡੈਂਟੀਕਲ ਨਹੀਂ ਹੋਣਗੇ ਕੈਮੀਕਲ ਪ੍ਰੋਪਰਟੀਜ਼। ਸਮਝ ਰਹੇ ਹੋ ਨਾ ਤੁਸੀਂ, ਸਿਮਿਲਰ ਹੋ ਸਕਦੀਆਂ, ਸ਼ੋ ਸਿਮਿਲਰ ਬਟ ਨਾਟ ਆਇਡੈਂਟੀਕਲ, ਆਪ ਬਿਲਕੁਲ ਸੇਮ ਨਹੀਂ ਹੋਣਗੀਆਂ, ਠੀਕ ਹੈ। If the reaction of 2 diastereomers with the given reagent, the rate of reaction generally different from each other। क्या होएगा अगर ਤੁਸੀਂ ਕੋਈ 2 diastereomers ਲਓ, ਸਪੋਜ਼ ਕਰੋ ਮੈਂ ਫਸਟ ਔਰ ਥਰਡ ਲੈ ਲਿਆ, ਠੀਕ ਹੈ। ਇਹਨਾਂ ਨੂੰ ਸੇਮ ਰਿਐਕਟੈਂਟ ਨਾਲ ਰਿਐਕਟ ਕਰਵਾਵਾਂ ਤਾਂ ਜਿਹੜੀ ਇਹਨਾਂ ਦੀ ਰੇਟ ਆਫ ਰਿਐਕਸ਼ਨ ਹੋਏਗੀ ਉਹ ਕਿਆ ਹੋਏਗੀ, ਦੋਨਾਂ ਦੀ ਡਿਫਰੈਂਟ ਹੋਏਗੀ। This is because the diastereomers have different energy of activation for the particular reaction, therefore they react at the different rates। So ਕਿਉਂ ਹੁੰਦਾ, ਕਿਉਂਕਿ ਹਰ ਇੱਕ ਡਾਇਸਟੀਰੀਓਮਰਸ ਦੀ ਕਿਆ ਹੁੰਦੀ ਆ, ਜਿਹੜੀ ਐਕਟੀਵੇਸ਼ਨ એનર્ਜੀ ਹੁੰਦੀ ਉਹ ਡਿਫਰੈਂਟ ਹੁੰਦੀ ਹੈ, ਠੀਕ ਹੈ। ਇਸ ਕਰਕੇ ਜਦੋਂ ਉਹ ਕਿਸੇ ਪਰਟੀਕੂਲਰ ਰੀਏਜੈਂਟ ਦੇ ਨਾਲ ਰਿਐਕਟ ਕਰਦੇ ਨੇ, ਉਹ ਕਿਆ ਹੁੰਦੇ ਨੇ, ਉਹਨਾਂ ਦੀ ਰੇਟ ਆਫ ਰਿਐਕਸ਼ਨ ਵੀ ਕਿਆ ਹੁੰਦਾ, ਡਿਫਰੈਂਟ ਹੋ ਜਾਂਦਾ। ਸੈਕਿੰਡ ਦੇਖੋ ਦੇ ਹੈਵ ਡਿਫਰੈਂਟ ਫਿਜ਼ੀਕਲ ਪ੍ਰੋਪਰਟੀਜ਼, ਉਹਨਾਂ ਦੀ ਫਿਜ਼ੀਕਲ ਪ੍ਰੋਪਰਟੀਜ਼ ਵੀ ਕਿਆ ਹੋਣਗੀਆਂ, ਡਿਫਰੈਂਟ ਹੋਣਗੀਆਂ, ਹੁੰਦੀਆਂ ਲਾਈਕ ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ, ਡੈਂਸਿਟੀ, ਸੋਲਿਬਿਲਿਟੀ ਐਂਡ ਰਿਫਰੈਕਟਿਵ ਇੰਡੈਕਸ। ਥਰਡ ਹੈਗਾ ਦ ਸਪੈਸੀਫਿਕ ਰੋਟੇਸ਼ਨ ਆਰ ਆਲਸੋ ਡਿਫਰੈਂਟ ਫਰਮ ਈਚ ਅਦਰ, ਕਿ ਜਿਹੜੀ ਉਹਦੀ ਸਪੈਸੀਫਿਕ ਰੋਟੇਸ਼ਨ ਹੁੰਦੀ ਆ ਉਹ ਵੀ ਕਿਆ ਹੁੰਦੀ ਆ, ਆਲਸੋ ਡਿਫਰੈਂਟ ਹੋਏਗੀ ਇੱਕ ਦੂਜੇ ਤੋਂ। In fact, the diastereomer may not even optically inactive. some of ਜਿਹੜੇ ਕੁਝ ਡਾਇਸਟੀਰੀਓਮਰਸ ਆ ਉਹ ਇੱਕ ਦੂਜੇ ਦੇ ਨਾਲ ਕਿਆ ਹੁੰਦੇ, ਆਪਟੀਕਲੀ, ਉਹ ਜਿਹੜੇ ਕੁਝ ਡਾਇਸਟੀਰੀਓਮਰਸ ਆ ਆਪਟੀਕਲੀ ਇਨਐਕਟਿਵ ਵੀ ਨਹੀਂ ਹੁੰਦੇ, ਠੀਕ ਹੈ। ਸੋ ਸਪੈਸੀਫਿਕ ਯਾਨੀ ਕਿ ਸਪੈਸੀਫਿਕ ਰੋਟੇਸ਼ਨ ਦਾ ਮਤਲਬ ਜਿਹੜੀ ਪਲੇਨ ਪੋਲਰਾਈਜ਼ ਲਾਈਟ ਆਉਂਗੀ ਉਹਨੂੰ ਰੋਟੇਟ ਕਰਨ ਲਈ ਜਿਹੜੀ ਉਹ ਡਿਫਰੈਂਟ ਡਾਇਰੈਕਸ਼ਨ 'ਚ ਰੋਟੇਟ ਕਰਾਂਗੇ ਡਿਫਰੈਂਟ ਡਾਇਸਟੀਰੀਓਮਰਸ। It should not be geometrical isomer are also diastereomer of each other, they are optically inactive। ਜਿਹੜੇ ਡੋਮੈਟਿਕਲ ਆਈਸੋਮਰਸ ਹੋਣਗੇ ਉਹ ਡਾਇਸਟੀਰੀਓਮਰਸ ਤਾਂ ਹੋਣਗੇ ਆਫ ਈਚ ਅਦਰ, ਬਟ ਇਹ ਪੋਸੀਬਿਲਿਟੀ ਨਹੀਂ ਹੈ ਕਿ ਉਹ ਹਮੇਸ਼ਾ ਹੀ ਆਪਟੀਕਲੀ ਇਨਐਕਟਿਵ ਹੋਵੇ, ਆਪਟੀਕਲੀ ਐਕਟਿਵ ਵੀ ਹੋ ਸਕਦੇ ਨੇ। ਔਨ ਅਕਾਊਂਟ ਆਫ ਡਿਫਰੈਂਟ ਫਿਜ਼ੀਕਲ ਪ੍ਰੋਪਰਟੀ ਡਾਇਸਟੀਰੀਓਮਰ ਕੈਨ ਆਈਦਰ ਈਜ਼ਲੀ ਸੈਪਰੇਟਡ ਫਰੋਮ
each other by physical method, ठीक है। ਹੁਣ ਕੀ ਕਹਿੰਦੇ different ਕਿਉਂਕਿ ਇਹਨਾਂ ਦੀ ਡਿਫਰੈਂਟ ਫਿਜ਼ੀਕਲ ਪ੍ਰੋਪਰਟੀਜ਼ ਨੇ, ਠੀਕ ਹੈ। ਦੇਖੋ ਕਿਸੇ ਡਾਇਸਟੀਰੀਓਮਰਸ ਨੂੰ ਆਪਾਂ ਈਜ਼ੀਲੀ ਸੈਪਰੇਟ ਆਊਟ ਕਰ ਸਕਦੇ ਹਾਂ ਬਾਏ ਦ ਫਿਜ਼ੀਕਲ ਮੈਥਡਸ ਸਚ ਐਸ ਫ੍ਰੈਕਸ਼ਨਲ ਕ੍ਰਿਸਟਲਾਈਜੇਸ਼ਨ, ਫ੍ਰੈਕਸ਼ਨਲ ਡਿਸਟੀਲੇਸ਼ਨ ਜਾਂ ਕ੍ਰੋਮੈਟੋਗ੍ਰਾਫੀ, ਕਿਉਂਕਿ ਡਿਫਰੈਂਟ ਫਿਜ਼ੀਕਲ ਪ੍ਰੋਪਰਟੀਜ਼। ਉਹ ਮੈਲਟਿੰਗ ਹੁੰਦਾ, ਉਹ ਕੋਈ ਜ਼ਿਆਦਾ ਟੈਂਪਰੇਚਰ 'ਤੇ ਬੋਇਲ ਕਰੇਗਾ, ਕੋਈ ਘੱਟ ਟੈਂਪਰੇਚਰ 'ਤੇ ਬੋਇਲ ਕਰਨਾ ਸ਼ੁਰੂ ਕਰ ਦੇਗਾ, ਠੀਕ ਹੈ। ਸੋ ਕੰਪੈਰੀਜ਼ਨ, ਹੁਣ ਦੋਨਾਂ ਦਾ ਕੰਪੈਰੀਜ਼ਨ ਕਰਦੇ ਹਾਂ। ਉਹ ਕਹਿੰਦੇ ਜਿਹੜੇ ਡਾਇਸਟੀਰੀਓਮਰਸ ਆਰ ਦ ਸਟੀਰੀਓਮਰਸ ਵਿਚ ਡੂ ਨਾਟ ਹੈਵ ਅ ਮਿਰਰ ਇਮੇਜ ਰਿਲੇਸ਼ਨਸ਼ਿਪ। ਜਿਹੜੇ ਡਾਇਸਟੀਰੀਓਮਰਸ ਹੋਣਗੇ ਉਹਨਾਂ ਦੇ ਵਿੱਚ ਜਿਹੜੇ ਸੀਰਮ ਆਈਸੋਮਰਸ ਹੋਣਗੇ ਉਹਨਾਂ ਦੀਆਂ ਮਿਰਰ ਇਮੇਜ ਨਹੀਂ ਹੋਣਗੀਆਂ ਆਪਸ ਦੋਨੋਂ। ਬਟ ਐਨੈਂਸ਼ੋਮਰ ਦੇ ਵਿੱਚ ਜਿਹੜੇ ਸਟੀਰੀਓਮਰਸ ਹੋਣਗੇ ਉਹ ਇੱਕ ਦੂਜੇ ਦੀ ਕਿਆ ਹੋਣਗੇ, ਮਿਰਰ ਇਮੇਜ ਹੋਣਗੇ। ਦੇ ਹੈਵ ਉਹਨਾਂ ਦੀ ਡਾਇਸਟੀਰੀਓਮਰਸ ਦੀ ਡਿਫਰੈਂਟ ਫਿਜ਼ੀਕਲ ਡਾਇਸਟੀਰੀਓਮਰਸ ਦੀ ਡਿਫਰੈਂਟ ਫਿਜ਼ੀਕਲ ਪ੍ਰੋਪਰਟੀਜ਼ ਹੋਣਗੀਆਂ ਲਾਈਕ ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ, ਸੋਲਿਬਿਲਿਟੀ। ਅਤੇ ਐਨੈਂਸ਼ੋਮਰਸ ਦੇ ਕਿਆ ਹੋਣਗੀਆਂ, ਸੇਮ ਫਿਜ਼ੀਕਲ ਪ੍ਰੋਪਰਟੀਜ਼ ਹੋਣਗੀਆਂ ਲਾਈਕ ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ, ਸੋਲਿਬਿਲਿਟੀ। They have separate by the fractional distillation, fractional crystallization and absorption chromatography diastereomers, but ਜਿਹੜੇ enantiomers ਉਹਨਾਂ ਨੂੰ ਤੁਸੀਂ ਇਹਨਾਂ ਮੈਥਡ ਦੇ ਨਾਲ ਸੈਪਰੇਟ ਨਹੀਂ ਕਰ ਸਕਦੇ। diastereomers have these may have optical rotation in same or the opposite direction but to the different extent। ਇਹ ਕਿਹਾ ਹੁੰਦਾ ਕਿ optical rotation ਨੂੰ ਸੇਮ ਡਾਇਰੈਕਸ਼ਨ 'ਚ ਵੀ ਮੋੜ ਸਕਦੇ ਆ, ਆਪੋਜ਼ਿਟ ਡਾਇਰੈਕਸ਼ਨ 'ਚ ਵੀ ਲਾਈਟ ਨੂੰ ਰੋਟੇਟ ਕਰ ਸਕਦੇ, ਪਰ ਉਹਦਾ ਐਕਸਟੈਂਟ ਡਿਫਰੈਂਟ ਹੋਏਗਾ, ਐਂਗਲ ਡਿਫਰੈਂਟ ਹੋਣਗੇ। ਦੇ ਹੈਵ ਆਪਟੀਕਲ ਰੋਟੇਸ਼ਨ ਇਨ ਦਾ ਆਪੋਜ਼ਿਟ ਡਾਇਰੈਕਸ਼ਨ ਬਟ ਟੂ ਦਾ ਸੇਮ ਐਕਸਟੈਂਟ। ਠੀਕ ਹੈ। ਜਿਹੜੇ ਐਨੈਂਸ਼ੋਮਰਸ ਕਿਆ ਕਰਦੇ ਨੇ ਕਿ ਜਿਹੜੀ ਪਲੇਨ ਪੋਲਰਾਈਜ਼ ਲਾਈਟ ਨੂੰ ਆਪਟਿਕ ਡਿਫਰੈਂਟ ਵਾਲੇ ਪਾਸੇ ਤਾਂ ਲੈਂਦੇ ਨੇ, ਆਪੋਜ਼ਿਟ ਵਾਲੇ ਪਾਸੇ ਤਾਂ ਕਰਦੇ ਨੇ, ਬਟ ਉਹਦੇ ਨਾਲ ਹੋਰ ਕਿਆ ਕਰਦੇ ਨੇ ਕਿ ਜਿਹੜਾ ਉਹਦਾ ਐਕਸਟੈਂਟ ਹੁੰਦਾ ਉਹ ਸੇਮ ਹੁੰਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਦੀਜ਼ ਹੈਵ ਆਇਡੈਂਟੀਕਲ ਕੈਮੀਕਲ ਪ੍ਰੋਪਰਟੀ ਬਟ ਡਿਫਰੈਂਟ ਇਨ ਦਾ ਰੇਟ ਆਫ ਰਿਐਕਸ਼ਨ। ਇਹਨਾਂ ਦੀ ਕੈਮੀਕਲ ਪ੍ਰੋਪਰਟੀਜ਼ ਆਇਡੈਂਟੀਕਲ ਸਿਮਿਲਰ ਹੋ ਸਕਦੀਆਂ ਨੇ, ਪਰ ਜਿਹੜਾ ਰੇਟ ਆਫ ਰਿਐਕਸ਼ਨ ਉਹ ਕਿਆ ਹੋਊਗਾ, ਉਹ ਕਿਆ ਹੋਏਗਾ, ਡਿਫਰੈਂਟ। ਦੇ ਹੈਵ ਆਇਡੈਂਟੀਕਲ ਪ੍ਰੋਪਰਟੀ ਐਕਸਪੈਕਟ ਵਿਦ ਦਾ ਆਪਟੀਕਲੀ ਐਕਟਿਵ ਕੰਪਾਊਂਡ। ਇਹਨਾਂ ਦੀਆਂ ਐਨੈਂਸ਼ੋਮਰ ਦੇ ਕੈਮੀਕਲ ਪ੍ਰੋਪਰਟੀਜ਼ ਆਇਡੈਂਟੀਕਲ ਹੁੰਦੀਆਂ ਨੇ, ਸਿਰਫ ਇੱਕ ਕੰਡੀਸ਼ਨ ਆਉਂਦੀ ਹੈ ਕਿ ਉਹ ਆਪਟੀਕਲੀ ਐਕਟਿਵ ਸਬਸਟੈਂਸ ਦੇ ਨਾਲ ਰਿਐਕਟ ਨਹੀਂ ਕਰਨੇ ਚਾਹੀਦੇ। ਅਗਰ ਆਪਟੀਕਲੀ ਐਕਟਿਵ ਸਬਸਟੈਂਸ ਨਾਲ ਰਿਐਕਟ ਕਰ ਲਏ ਤਾਂ ਡਿਫਰੈਂਟ ਹੋ ਜਾਊਗਾ, ਨਹੀਂ ਤਾਂ ਵੈਸੇ ਸਿਮਿਲਰ ਰਹਿੰਦੀਆਂ ਨੇ। ਉਸ ਤੋਂ ਗੱਲ ਕਰਦੇ ਇਥਰੋ ਐਂਡ ਥਾਇਰੋ ਆਈਸੋਮਰਸ, erythro and thyro. The spatial system for the nomenclature is sometimes used for distinguishing diastereomers in which two of the atom or group attached to the one stereogenic center are the same, or the two atom or group attached to the other stereogenic center. This method is derived named to diastereomeric carbohydrate, that is erythrose and similar, ਜਿਹਦੇ ਵਿੱਚ ਕਿਆ ਹੋਣਗੇ, similar group on the same side, and ਥਿਰੋਜ਼ ਇਨ ਵਿਚ ਡਿਫਰੈਂਟ ਸਿਮਿਲਰ ਗਰੁੱਪ ਆਰ ਦਾ। ਹੁਣ ਦੇਖੋ ਡਾਇਸਟੀਰੀਓਮਰ ਨੂੰ ਆਪਾਂ ਨੋਮਨਕਲੇਚਰ ਕਰਨਾ, ਠੀਕ ਹੈ। ਨੋਮਨਕਲੇਚਰ ਕਰਨ ਲਈ ਆਪਾਂ ਦੋ ਟਰਮਸ ਯੂਜ਼ ਕਰਦੇ ਹਾਂ, ਇੱਕ ਹੁੰਦੀ ਆ ਐਰਾਈਥਰੋਜ਼, ਇੱਕ ਹੁੰਦੀ ਆ ਥਿਰੋਜ਼, ਠੀਕ ਹੈ। ਐਰਾਈਥਰੋਜ਼ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਦੋ ਇੱਥੇ ਕਾਰਬਨ ਹੋਣਗੇ ਕਿ ਜਿਹੜੇ ਕਿਆ ਹੁੰਦੇ ਨੇ, ਸਿਮਿਲਰ ਗਰੁੱਪ ਹੋਣਗੇ, ਉਹ ਸੇਮ ਸਾਈਡ 'ਤੇ ਹੋਣਗੇ ਐਰਾਈਥਰੋਜ਼ 'ਚ, ਔਰ ਥਾਇਰੋਜ਼ 'ਚ ਕਿਆ ਹੋਣਗੇ, दोनों डिफरेंट जगह पे होंगे, ऑपोजिट होंगे। ये जो टू सिमिलर ग्रुप आर ऑन द सेम साइड, द फीचर प्रोजेक्शन फार्मूला, द डायस्टेरियोमर इज नोन एज इथ्रोसाइड आइसोमर्स। अगर फीचर प्रोजेक्शन फार्मूला च दो ग्रुप सेम साइड पे होंगे तो उन्होंने कहोगे इथ्रोज आइसोमर। अगर दो ग्रुप ऑपोजिट पोजीशन पे होंगे फीचर प्रोजेक्शन फार्मूला तो उन्होंने कहोगे थायरो आइसोमर। फॉर एग्जांपल ऑफ द फोर फार्मूला टू, फॉर एग्जांपल अपने 3 क्लोरो 2 बिटोनल ले लिया, ਉਹਦਾ ਇੱਕ पेयर, the one pair of enantiomer is known as ethro and another pair of enantiomer is known as thyrose, ठीक है। ਹੁਣ ਇਹ ਵਾਲਾ ਇੱਕ ਪੇਅਰ ਕਿਹਨੂੰ ਆ ਦੋ ਪੇਅਰਸ ਦਿੱਤੇ, ਉਹਨੂੰ 4 ਪੇਅਰਸ ਦਿੱਤੇ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਦੋਨੋਂ ਡਿਫਰੈਂਟ ਜਗ੍ਹਾ ਹੈ, ਠੀਕ ਹੈ। ਹੁਣ ਕਿਆ ਹੋਣਾ, हाँ ये इथ्रोज में, क्योंकि दोनों क्या है, दोनों हाइड्रोजन सेम साइड पे है। देखो दोनों हाइड्रोजन सेम साइड पे है, दोनों हाइड्रोजन सेम, इस करके क्या होगा इथ्रोज, ऐसे दोनों हाइड्रोजन डिफरेंट साइड्स ते सेम सिमिलर ग्रुप होने चाहिए सेम साइड पे, सिमिलर OH हाइड्रोजन आ नहीं अपन इन्हें कंसीडर कर सकते भी OH वाले, ठीक है। हुण क्योंकि दोनों हाइड्रोजन सेम साइड ते दोनों पासे, तो इथ्रो अगर नहीं है तो
3O, ठीक है। ਉਸ ਤੋਂ ਮੀਜ਼ੋ ਕੰਪਾਊਂਡਸ ਲੈਟ ਅਸ ਕੰਸੀਡਰ ਕੰਪਾਊਂਡ containing two similar chiral center ਕਿ ਦੋਨਾਂ ਵਿੱਚ ਸਿਮਿਲਰ chiral center having the same set of 4 different group ਕਿ ਕਿਆ ਹੈ ਆਪਾਂ ਨੇ ਕੰਸੀਡਰ ਕਰ ਲਿਆ ਕਿ ਆਪਣੇ ਕੋਲ ਕਿਵੇਂ ਦਾ ਕੰਪਾਊਂਡ ਹੈ ਜਿਹਦੇ ਵਿੱਚ 2 chiral center ਆ। ਦੇਖੋ ਆਹ ਕੰਪਾਊਂਡ ਹੈ, ਇਹਨੂੰ ਓਪਨ ਕਰਕੇ ਲਿਖ ਲੈਂਦੇ ਹਾਂ। ਇਹਨੂੰ ਐਵੇਂ ਲਿਖ ਲਿਆ, ठीक है। ਹੁਣ ਉਹ ਕਹਿੰਦੇ ਦੇਖੋ ਜੀ 2 ਕਾਰਲ ਕਾਰਬਨ ਹੈ, 1 2 ਕਿਉਂ ਕਿਉਂਕਿ 1 2 3 ਆ ਚੌਥਾ ਗਰੁੱਪ ਪੂਰਾ ਕੰਸੀਡਰ ਕਰ ਲਿਆ। ਇਹਦੇ ਲਈ 1 2 3 ਔਰ 4th A ਕੰਸੀਡਰ, ਚਾਰਾਂ ਨੂੰ ਡਿਫਰੈਂਟ ਗਰੁੱਪ ਲੱਗੇ ਨੇ, ਠੀਕ ਹੈ। ਇਨਫੈਕਟ and the view of fact that the two chiral center one may be expected to exist in the 4 stereoisomers have of this acid which may configure ਉਹਨੂੰ ਆਪਾਂ ਐਵੇਂ ਲਿਖ ਲਿਆ। ਦੇਖੋ ਹੁਣ ਇਹਦੇ ਵਿੱਚ ਕਿਆ ਦੋ ਚਾਰੋਂ ਡਿਫਰੈਂਟ ਗਰੁੱਪ ਲੱਗੇ, ਇਹ ਦੋਨੋਂ ਸੈਟ ਆਫ ਐਨੈਂਸ਼ੀਓਮਰਸ ਹੋ ਗਏ, ਬਟ ਸੁਪਰ ਇੰਪੋਜ਼ੇਬਲ ਮਿਰਰ ਇਮੇਜ ਓਨਲੀ रिप्रेजेंट ओनली वन कंपाउंड। अगर आप इन्हां दी सुपर इंपोजेबल मिरर इमेज देखें तो सिर्फ एक ही कंपाउंड। द फार्मूला 9th and 10th आर द नॉन सुपर इंपोजेबल मिरर इमेज ऑफ ईच अदर, देयरफॉर रिप्रेजेंट द पेयर ऑफ ऑप्टिकली एक्टिव एनेंशियोमर्स। ਹੁਣ 9th और 10th ਆ ਜਿਹੜਾ ਉਹ 'ਚ ਕਿਆ ਨॉन सुपर इंपोजेबल मिरर इमेज ਇਸ ਕਰਕੇ एनेंशियोमर्स ਨੂੰ डिफाइन करता। द फार्मूला 11th and 12th अगेन गिव अ मिरर इमेज रिलेशनशिप, ये भी फिर तो मिरर इमेज रिलेशनशिप बनता है। क्लोज एग्जामिनेशन ऑफ दिस फार्मूला हाउएवर शो दैट वन ऑफ दिस स्ट्रक्चर मे बी सुपर इम्पोज टू अदर जस्ट बाय रोटेटिंग थ्रू द 180 डिग्री विद द प्लेन ऑफ द पेपर। जब तुसीं इहदी क्लोज एग्जामिनेशन करते हो तो ये देखते हैं आप इस फार्मूले तो आप देखते हैं कि एक जिहड़ा एक स्ट्रक्चर है अगर तुसी उस स्ट्रक्चर ਨੂੰ 180 डिग्री ਤੇ रोटेट कर दो प्लेन पोलराइज प्लेन पेपर के उपर तो क्या हो जाएगा, सुपर इंपोज हो जाएगा दूसरे के उपर, ठीक है। लाइक हम जो एक जी मिरर इमेज है, अगर मैं इस चीज़ को रोटेट करता तो आ चीज़ नीचे आ जाएगी, ये ऊपर चल जाएगी, ये दूसरी साइड। अगर देखो इन्हें एवं रोटेट करना है, ठीक है। आ वाली चीज़ नीचे आ गई, ये चीज़ इत्थे चलेगी, आ भी घूम के इत्थे चलेगी, ये घूम के इत्थे आ गए। तो दोनों जो हम मैं इन्हू चकूँगी तो ये उपर रखूँगी, दोनों एक दूसरे के उपर क्या होंगे, सेम कॉन्फिगरेशन देंगे। The further examination of the formula 11th or 12th revealed that in spite of 2 chiral center in it the molecule is achiral। ਉਹ ਕਹਿੰਦੇ ਕਿ ਜਦੋਂ ਫਿਰ ਅੱਗੇ ਹੋ ਫਰਦਰ ਐਗਜ਼ਾਮੀਨੇਸ਼ਨ ਕੀਤਾ ਫਾਰਮੂਲਾ 11th ਤੇ 12th ਨੂੰ ਤਾਂ ਉਹਨੇ ਕਿਹਾ ਕਿ ਕਿਆ ਉਹਨੇ ਕਿਹਾ ਕਿ ਬੇਸ਼ੱਕ ਇਹ 'ਚ 2 ਕਾਇਰਲ ਸੈਂਟਰ ਆ ਤਾਂ ਵੀ ਫਿਰ ਵੀ ਕਿਆ ਇਹ ਜਿਹੜਾ ਮੋਲੀਕਿਊਲ ਹੈ, ਬੇਸ਼ੱਕ ਇਹਦੇ ਵਿੱਚ 2 ਕਾਇਰਲ ਕਾਰਬਨਸ ਹੋਣਗੇ ਪਰ ਫਿਰ ਵੀ ਮੋਲੀਕਿਊਲ ਕਿਆ ਹੈ, ਏ ਕਾਇਰਲ ਹੈ। ਦਿਸ ਇਜ਼ ਬਿਕੋਜ਼ ਇਟ ਹੈਜ਼ ਅ ਪਲੇਨ ਆਫ ਸਿਮੈਟਰੀ। ਕਿਉਂਕਿ ਆਪਾਂ ਨੇ ਪੜ੍ਹਿਆ ਕਾਇਰਲ ਉਹ ਵਾਲੇ ਕੰਪਾਊਂਡ ਹੋਣਗੇ ਜਿਨ੍ਹਾਂ ਵਿੱਚ ਕਿਆ ਹੋਊਗਾ, ਪਲੇਨ ਆਫ ਸਿਮੈਟਰੀ ਨਾ ਹੋਵੇ। ਬਟ ਇੱਥੇ ਤਾਂ ਪਲੇਨ ਆਫ ਸਿਮੈਟਰੀ ਆਉਂਦੀ ਕਿਉਂਕਿ ਤੁਸੀਂ ਰੋਟੇਟ ਕਰੋਗੇ ਪਲੇਨ ਪੇਪਰ ਦੇ ਉੱਪਰ ਲਾਈਨ ਆਫ ਸਿਮੈਟਰੀ ਆਉਂਦੀ। ਅਗਰ ਤੁਸੀਂ ਰੋਟੇਟ ਕਰੋਗੇ ਤਾਂ ਇਹਨੇ 180 डिग्री आना। दूसरा अगर मैं ये लाइन पास करता तो दोनों एक दूसरे की मिरर इमेज आते हैं, तो लाइन ऑफ सिमेट्री तो होगी ना। वन हाफ इट्स मॉलिक्यूल बिकम मिरर इमेज ऑफ अदर हाफ, क्योंकि एक हाफ दूसरे हाफ दे क्या है, एक दूसरे की मिरर इमेज है कि प्लेन ऑफ सिमेट्री आ गई। एज सच द कंपाउंड रिप्रेजेंट बाय द फार्मूला 9th और 12th और 12th इज ऑप्टिकली इनएक्टिव। इस करके जो कंपाउंड 9th और 12th क्या है, ऑप्टिकली इनएक्टिव ने। सच एन ऑप्टिकली इनएक्टिव कंपाउंड दोज मॉलिक्यूल नॉट कायरल इवन थ्रू दे कंटेन 2 और मोर कायरल सेंटर इज नोन एज मीसो कंपाउंड्स, ठीक है। वो कहते एवें तो ऑप्टिकली इनएक्टिव कंपाउंड जिन्हां दे विच मॉलिक्यूल नॉट कायरल, ਜਿਹੜੇ ਕਾਇਰਲ ਨਹੀਂ ਹੋਣਗੇ ਈਵਨ ਕਿ ਉਹਨਾਂ ਦੇ ਵਿੱਚ ਕਿਆ ਹੋਣਗੇ, 2 ਕਾਇਰਲ ਸੈਂਟਰ ਹੋਣ ਦੇ ਬਾਵਜੂਦ ਵੀ ਜੇ ਉਹ ਕਾਇਰਲ ਨਹੀਂ ਹੈ ਤਾਂ ਉਹਨਾਂ ਦੇ ਕੰਪਾਊਂਡ ਨੂੰ ਕਿਆ ਕਹਿੰਦੇ ਆ, ਮੀਜ਼ੋ ਕੰਪਾਊਂਡ। ਆਈ ਰਿਪੀਟ, ਐਵੇਂ ਦੇ ਆਪਟੀਕਲੀ ਇਨਐਕਟਿਵ ਕੰਪਾਊਂਡ ਜਿਹੜੇ ਕਾਇਰਲ ਨਹੀਂ ਹੋਣਗੇ। ਕਦੋਂ ਕਾਇਰਲ ਨਹੀਂ ਹੋਣਗੇ, ਬੇਸ਼ੱਕ ਉਹਨਾਂ ਦੇ ਵਿੱਚ 2 ਕਾਇਰਲ ਕਾਰਬਨ ਹੋਣ, ਠੀਕ ਹੈ, ਤਾਂ ਵੀ ਉਹ ਕਾਇਰਲ ਨਾ ਹੋਣ ਤਾਂ ਉਹਨਾਂ ਨੂੰ ਕਿਆ ਕਹਾਂਗੇ, ਮੀਜ਼ੋ ਕੰਪਾਊਂਡਸ। क्योंकि उन्होंने कोल क्या आती है, प्लेन ऑफ सिमेट्री आती है। अगर अपने कोल प्लेन ऑफ सिमेट्री ना आती तो अपने क्या होंगे, ये कायरल। तो कायरलिटी की कंडीशन यही है कि इन्होंने कोई प्लेन ऑफ सिमेट्री नहीं, कोई सिमेट्री नहीं चाहिए, प्लेन की पॉइंट की किसी भी तरह की कोई सिमेट्री नहीं होनी चाहिए। ਹੁਣ ਕਿਉਂਕਿ ਇਹਦੇ 'ਚ ਸਿਮੈਟਰੀ ਆ ਰਹੀ, ਸੈਂਟਰ ਤੋਂ ਕੱਟ ਹੋ ਰਿਹਾ, ਇੱਕ ਦੂਜੇ ਮਿਰਰ ਇਮੇਜ ਬਣ, ਇਸ ਕਰਕੇ ਇਹ ਕਾਇਰਲ ਆ, ਇਹ ਕਾਇਰਲ ਨੇ। ਇਹ ਬੇਸ਼ੱਕ ਇਹਨਾਂ 'ਚ 2 ਕਾਇਰਲ ਸੈਂਟਰ ਹੈ, ਕਾਰਬਨ ਹੈਗੇ, ਇਸ ਦੇ ਬਾਵਜੂਦ ਵੀ ਇਹ ਕਿਆ ਨੇ, ਇਹ ਕਾਇਰਲ ਕੰਪਾਊਂਡ ਨੇ। ਤਾਂ ਉਸ ਤਰ੍ਹਾਂ ਦੇ ਕੰਪਾਊਂਡ ਨੂੰ ਕਿਆ ਕਿਹਾ ਜਾਂਦਾ ਹੈ, ਮੀਜ਼ੋ ਕੰਪਾਊਂਡਸ।